ਰਿਸ਼ਤੇ ਕਿਤਾਬ ਦੀ ਤਰ੍ਹਾਂ ਹੁੰਦੇ ਹੈ ਤੇ ਗਲਤੀ ਇੱਕ ਪੰਨੇ ਦੀ ਤਰ੍ਹਾਂ। ਪੂਰੀ ਇੱਕ ਪੰਨੇ ਦੇ ਚੱਕਰ ਵਿੱਚ ਸਾਨੂੰ ਪੂਰੀ ਕਿਤਾਬ ਨੂੰ ਨਹੀਂ ਫਾੜ ਦੇਣਾ ਚਾਹੀਦਾ। ਅਗਰ ਕਿਤੇ ਕਿਸੇ ਆਪਣੇ ਤੋਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਉਸ ਪੰਨੇ ਨੂੰ ਫਾੜ ਦਿਓ, ਉਸ ਗਲਤੀ ਨੂੰ ਮਾਫ ਕਰ ਦਿਓ, ਪਰ ਉਸ ਦੇ ਚੱਕਰ ਵਿੱਚ ਪੂਰੀ ਕਿਤਾਬ ਨੂੰ ਨਾ ਬਰਬਾਦ ਕਰੋ, ਪੂਰੀ ਕਿਤਾਬ ਨੂੰ ਨਾ ਫਾੜੋ। ਸਵਾਗਤ ਕਰਦੀ ਹਾਂ ਜੀ ਮੈਂ ਕਿਰਨ, ਤੁਹਾਡਾ ਹੈਪੀ ਕਿਰਨ ਵਲੌਗਸ ਤੇ ਕਦੇ ਕਦੇ ਆਪਾਂ ਕੀ ਹੁੰਦਾ ਜ਼ਿੰਦਗੀ 'ਚ ਬਹੁਤ ਜ਼ਿਆਦਾ ਨਿਰਾਸ਼ ਹੋ ਜਾਂਦੇ ਆ, ਜਦੋਂ ਆਪਾਂ ਨੂੰ ਕਈ ਵਾਰੀ ਹਰ ਪਾਸੋਂ ਸਫਲਤਾ ਨਹੀਂ ਮਿਲਦੀ, ਕਿਸੇ ਪਾਸੇ ਵੀ ਹਰ ਪਾਸੇ ਆਪਣਾ ਜਿਹੜਾ ਬੁਰਾ, ਆਪਣਾ ਜਿਹੜਾ ਕੋਈ ਵੀ ਕਦੇ ਵੀ ਚੰਗਾ ਨਹੀਂ ਹੁੰਦਾ ਆਪਣੇ ਨਾਲ। ਹਮੇਸ਼ਾ ਆਪਾਂ ਨੂੰ ਐ ਲੱਗਦਾ ਕਿ ਇਹ ਬੁਰਾ ਮੇਰੇ ਨਾਲ ਹੀ ਹੋ ਰਿਹਾ ਹੈ, ਤੇ ਬੁਰਾਈ ਆਪਾਂ ਨੂੰ ਐ ਲੱਗਦਾ ਕਿ ਮੇਰੀ ਜ਼ਿੰਦਗੀ ਵਿੱਚ ਕਦੇ ਵੀ ਕੋਈ ਚੰਗਾ ਦਿਨ ਪਤਾ ਨਹੀਂ ਕਦੋਂ ਆਵੇਗਾ। ਆਪਾਂ ਨੂੰ ਐ ਹੁੰਦਾ ਕਿ ਮੇਰੀ ਜ਼ਿੰਦਗੀ 'ਚ ਜਿਹੜਾ ਸਾਰਾ ਹੀ ਬੁਰਾ ਹੋਣਾ ਹੈ, ਜਿਹੜਾ ਉਹ ਮੇਰੀ ਜ਼ਿੰਦਗੀ 'ਚ ਹੀ ਹੋ ਰਿਹਾ ਹੈ, ਔਰ ਮੈਂ ਮੇਰੇ ਨਾਲ ਕਦੋਂ ਪਤਾ ਨਹੀਂ ਮੇਰਾ ਟਾਈਮ ਚੰਗਾ ਕਦੋਂ ਆਵੇਗਾ। ਤੇ ਇਸ ਵਿੱਚ ਵਾਸਤੇ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣੀ ਆ, ਤੇ ਉਸ ਕਹਾਣੀ ਤੋਂ ਆਪਾਂ ਨੂੰ ਕੀ ਸਿੱਖਿਆ ਮਿਲਦੀ ਹੈ। ਆਪਾਂ ਨੂੰ ਕਹਾਣੀ ਤੋਂ ਇਹ ਸਿੱਖਿਆ ਮਿਲੂਗੀ ਕਿ ਆਪਾਂ ਨੂੰ ਆਪਣਾ ਟਾਈਮ ਵੀ ਕਦੇ ਚੰਗਾ ਆਵੇਗਾ, ਆਪਾਂ ਨੂੰ ਕੰਮ ਕਰਦੇ ਰਹਿਣਾ ਚਾਹੀਦਾ, ਤੇ ਜਿਹੜਾ ਉਹਦਾ ਫਲ ਹੈਗਾ ਉਹ ਪਰਮਾਤਮਾ ਤੇ ਛੱਡ ਦੇਣਾ ਚਾਹੀਦਾ। ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣੀ ਇੱਕ ਗਰੀਬ ਪਰਿਵਾਰ ਦੀ। ਇੱਕ ਗਰੀਬ ਪਰਿਵਾਰ ਸੀ ਤੇ ਉਹਦੇ ਚ ਤਿੰਨ ਮੈਂਬਰ ਸੀਗੇ ਗਰੀਬ ਉਸ ਪਰਿਵਾਰ ਚ। ਦੋ ਹਸਬੈਂਡ ਵਾਈਫ ਤੇ ਇੱਕ ਉਹਨਾਂ ਦੀ ਛੋਟੀ ਜੀ ਬੱਚੀ, ਤੇ ਉਹ ਬਹੁਤ ਜ਼ਿਆਦਾ ਗਰੀਬ ਸੀ। ਤੇ ਉਹ ਬੱਚੀ ਆਪਦੇ ਪਾਪਾ ਨੂੰ ਰੋਜ਼ ਪੁੱਛਦੀ ਹੁੰਦੀ ਸੀ ਤੇ ਕਿ ਪਾਪਾ ਆਪਣੀ ਜ਼ਿੰਦਗੀ 'ਚ ਕਦੋਂ, ਉਹ ਮਤਲਬ ਬਹੁਤ ਜ਼ਿਆਦਾ ਗਰੀਬ ਸੀ ਤੇ ਉਹਨਾਂ ਦੇ ਵਾਸਤੇ ਜ਼ਿੰਦਗੀ 'ਚ ਕੁਝ ਵੀ ਚੰਗਾ ਨਹੀਂ ਹੋ ਰਿਹਾ ਸੀ। ਤੇ ਉਹ ਬੱਚੀ ਰੋਜ਼ ਆਪਦੇ ਪਾਪਾ ਨੂੰ ਪੁੱਛਦੀ ਸੀ ਕਿ ਪਾਪਾ ਆਪਣੀ ਜ਼ਿੰਦਗੀ ਵਿੱਚ ਕੁਝ ਚੰਗਾ ਕਦੋਂ ਹੋਵੇਗਾ। ਦੇਖੋ ਜਦੋਂ ਲੋਕ ਹੋਰ ਦੂਸਰੇ ਚੀਜ਼ਾਂ ਵਗੈਰਾ ਲੈ ਕੇ ਆਉਂਦੇ ਸੀ ਤਾਂ ਉਹ ਬੱਚੀ ਨੂੰ ਵੀ ਐਂ ਲੱਗਦਾ ਸੀਗਾ ਕਿ ਸਾਡੇ ਵੀ ਘਰੇ ਸਮਾਨ ਆਵੇ ਤੇ ਸਾਡੇ ਘਰੇ ਵੀ ਖੁਸ਼ੀਆਂ ਆਉਣ, ਕਿਉਂਕਿ ਜਿਹੜਾ ਇਹ ਪੈਸਾ ਹੈ, ਜਿਹੜਾ ਇਹ ਜੋ ਵੀ ਹੈ ਆਪਣੇ ਆਰਥਿਕ ਪੱਖ ਹੈ, ਇਹ ਜ਼ਿੰਦਗੀ ਦਾ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਕਹਿੰਦੇ ਹੁੰਦੇ ਆ ਕਿ ਘਰ ਦੀ ਮੇਲਾ ਮੇਲਾ ਕੋਲ ਨਾ ਪੈਸਾ ਨਾ ਧੇਲਾ, ਪੈਸੇ ਬਿਨਾ ਕੋਈ ਵੀ ਅੱਜ ਕੱਲ੍ਹ ਚੀਜ਼ ਨਹੀਂ ਹੋ ਸਕਦੀ। ਸਾਰਾ ਕੁਝ ਅੱਜ ਕੱਲ੍ਹ ਜਿਹੜਾ ਵੀ ਪੈਸੇ ਤੇ ਅੱਜ ਕੱਲ੍ਹ ਕੀ ਪੁਰਾਣੇ ਟਾਈਮ ਤੋਂ ਹੀ ਅਗਰ ਕਿਸੇ ਕੋਲੇ ਕੁਝ ਹੈਗਾ ਤਾਂ ਉਹ ਯੂਜ ਕਰ ਲੈਂਦਾ, ਕਿਉਂਕਿ ਮੰਗਿਆ ਕੋਈ ਕੁਛ ਨਹੀਂ ਦਿੰਦਾਗਾ, ਤੇ ਅਗਰ ਆਪਦੇ ਘਰੇ ਹੈ ਤਾਂ ਆਪਾਂ ਕੋਈ ਚੀਜ਼ ਲੈ ਸਕਦੇ ਹਾਂ। ਤੇ ਉਹ ਪਿਓ ਜਿਹੜਾ ਸੀਗਾ ਉਹ ਕੁੜੀ ਨੂੰ ਕਹਿੰਦਾ ਹੁੰਦਾ ਸੀਗਾ ਆਪਦੀ ਬੇਟੀ ਨੂੰ ਕਿ ਬੇਟਾ ਤੂੰ ਨਾ, ਆਪਣੇ ਦਿਨ ਵੀ ਬਦਲਣਗੇ, ਕੋਈ ਨਹੀਂ। ਉਹ ਪਹਾੜ ਤੇ ਲੈ ਜਾਂਦਾ ਸੀ, ਉਹਨੂੰ ਕੋਲੇ ਸੀ ਪਹਾੜ ਉਹਨਾਂ ਦੇ, ਤੇ ਉਹ ਪਹਾੜ ਤੇ ਲੈ ਜਾਂਦਾ, ਉੱਚਾ ਜਿਹਾ ਪਹਾੜ ਸੀਗਾ, ਤੇ ਉੱਥੇ ਲੈ ਜਾਂਦਾ ਕਿ ਪੁੱਤਰ ਤੂੰ ਉਸ ਪਹਾੜ ਕੰਨੀ ਦੇਖ ਤੇ ਹੱਥ ਜੋੜ ਕੇ ਪ੍ਰਾਰਥਨਾ ਕਰ ਕਿ ਜਿਹੜੇ ਆਪਣੇ ਸਾਰੇ ਦੁੱਖ ਜਿਹੜੇ ਦੂਰ ਹੋ ਜਾਣਗੇ, ਤੇ ਜਿਹੜੇ ਉਹ ਸਾਰੇ ਦੁੱਖ ਦੂਰ ਹੋ ਜਾਣਗੇ ਆਪਣੇ, ਤੇ ਆਪਣੀ ਜ਼ਿੰਦਗੀ ਵਿੱਚ ਵੀ ਕਦ ਕੁਛ ਚੰਗਾ ਹੋਊਗਾ, ਕਿ ਉਸ ਪਹਾੜ ਦੇ ਪਰਲੇ ਪਾਸੇ ਪਰਮਾਤਮਾ ਰਹਿੰਦਾ ਹੈ, ਰੱਬ ਰਹਿੰਦਾ ਹੈ, ਉਹ ਸਭ ਦੀ ਦੁਆ ਜਿਹੜੀ ਕਬੂਲ ਕਰਦਾ ਹੈ। ਤੇ ਉਹ ਲੜਕੀ ਸੀ ਜਿਹੜੀ, ਉਹ ਕੁੜੀ ਸੀ ਜਿਹੜੀ, ਉਹ ਰੋਜ਼ ਉਹ ਪ੍ਰਾਰਥਨਾ ਕਰਦੀ ਸੀ। ਕੀ ਹੋਇਆ, ਇੱਕ ਦਿਨ ਉਹਨਾਂ ਦੀ ਜਿਹੜੀ ਉਸ ਲੜਕੀ ਦੀ ਪ੍ਰਾਰਥਨਾ ਜਿਹੜੀ ਉਹ ਰੱਬ ਨੇ ਸੁਣ ਲਈ, ਤੇ ਉਸਦੇ ਪਿਤਾ ਦੀ ਇੱਕ ਫੌਜ 'ਚ ਨੌਕਰੀ ਲੱਗ ਗਈ। ਜਦੋਂ ਉਸਦੇ ਪਿਤਾ ਦੀ ਫੌਜ 'ਚ ਨੌਕਰੀ ਲੱਗ ਗਈ ਤਾਂ ਘਰੇ ਬਹੁਤ ਖੁਸ਼ੀ ਦਾ ਮਾਹੌਲ ਹੋ ਗਿਆ, ਕਿਉਂਕਿ ਜਿਹੜਾ ਉਹਨਾਂ ਦੀ ਖੁਸ਼ਹਾਲੀ ਆਉਣ ਵਾਲੀ ਸੀਗੀ, ਪੈਸਾ ਆਉਣ ਵਾਲਾ ਸੀਗਾ, ਤੇ ਇਸ ਕਰਕੇ ਜਿਹੜਾ ਉਹਦੇ ਪਿਤਾ ਦੀ ਜਿਹੜੀ ਲਾਈਫ 'ਚ ਅਗਰ ਖੁਸ਼ੀ ਆਊਗੀ, ਨੌਕਰੀ ਮਿਲੂਗੀ, ਤਾਂ ਉਹਨੂੰ ਜਿਹੜਾ ਪਰਿਵਾਰ ਨੂੰ ਵੀ ਆਰਥਿਕ ਪੱਖ ਤੋਂ ਸੰਭਲ ਮਿਲੂਗਾ ਤੇ ਉਹਨਾਂ ਨੂੰ ਫਾਇਦਾ ਮਿਲੂਗਾ। ਤੇ ਜਦੋਂ ਫੌਜ 'ਚ ਜਾਣ ਲੱਗਿਆ, ਜਦੋਂ ਉਹਦੀ ਡਿਊਟੀ ਦਾ ਟਾਈਮ ਆਉਣ ਲੱਗਿਆ, ਤਾਂ ਕੁੜੀ ਨੇ ਇੱਕ ਚਿੱਠੀ ਲਿਖੀ ਤੇ ਕਹਿੰਦੀ ਪਾਪਾ ਤੁਸੀਂ ਜਾਣਦੇ ਹੋ ਤਾਂ ਜਦੋਂ ਤੁਹਾਡੀ ਡਿਊਟੀ, ਤੁਸੀਂ ਆਹ ਚਿੱਠੀ ਨਾ ਪੋਸਟ ਆਫਿਸ 'ਚ ਪੋਸਟ ਕਰ ਦਿਓ ਜੇ। ਤੇ ਉਸ ਚਿੱਠੀ ਤੇ ਉਸਨੇ ਪਤਾ ਕੀ ਲਿਖਿਆ, ਉਸ ਚਿੱਠੀ ਤੇ ਉਸਨੇ ਲਿਖਿਆ ਕਿ ਹੇ ਉੱਪਰ ਵਾਲੇ, ਹੇ ਪਰਮਾਤਮਾ, ਤੁਸੀਂ ਮੈਨੂੰ ਠੀਕ, ਮੇਰੀ ਜਿਹੜੀ ਦੁਆ ਕਬੂਲ ਕਰ ਲਈ ਹੈ। ਤੇ ਜਿਹੜਾ ਉਹਦਾ ਪਾਪਾ ਸੀ ਉਹ ਯੁੱਧ ਤੇ ਜਾ ਰਿਹਾ ਸੀ, ਕੋਈ ਲੜਾਈ ਜਿਹੜੀ ਲੜੀ ਜਾ ਰਹੀ ਸੀ, ਉਸ ਲੜਾਈ ਤੇ ਜਾ ਰਿਹਾ ਸੀਗਾ, ਤੇ ਘਰੇ ਟੈਨਸ਼ਨ ਵੀ ਸੀਗੀ ਕਿ ਵੀ ਲੜਾਈ ਹੋਊਗੀ, ਤੇ 3-4 ਮਹੀਨੇ ਦੀ ਜਦੋਂ ਜੌਬ ਹੋ ਗਈ ਉਦੋਂ ਬਾਅਦ ਉਹਨਾਂ ਦੇ ਘਰੇ ਟੈਨਸ਼ਨ ਇਹ ਹੋ ਗਈ ਸੀ ਕਿ ਉਸ ਲੜਾਈ ਤੇ ਜਿਹੜਾ ਜਾ ਰਿਹਾ ਸੀਗਾ, ਜਿਹੜਾ ਖੁਸ਼ੀ ਦਾ ਮਾਹੌਲ ਸੀ ਉਹ ਅਚਾਨਕ ਗਮ 'ਚ ਬਦਲ ਗਿਆ ਸੀ, ਕਿਉਂਕਿ 2-3 ਮਹੀਨੇ ਤਾਂ ਉਹਦੀ ਨੌਕਰੀ ਵਧੀਆ ਚੱਲੀ, ਫਿਰ ਯੁੱਧ ਲੱਗ ਗਿਆ, ਜਿਹੜੇ ਦੋ ਦੇਸ਼ਾਂ ਦਾ ਆਪਸ ਦੁਸ਼ਮਣ ਦੇਸ਼ ਨਾਲ ਉਹਨਾਂ ਦੇ ਦੇਸ਼ ਦਾ ਤੇ ਦੁਸ਼ਮਣ ਦੇਸ਼ ਦਾ ਯੁੱਧ ਲੱਗ ਗਿਆ। ਤੇ ਉਹ ਜਦੋਂ ਯੁੱਧ ਤੇ ਜਾਣ ਲੱਗਿਆ ਤੇ ਉਹਦੀ ਬੇਟੀ ਜਿਹੜੀ ਬਹੁਤ ਰੋਈ ਕਿ ਮੈਂ ਨਾ ਬਹੁਤ ਬੁਰੀ ਹਾਂ ਪਾਪਾ, ਕਿ ਮੈਂ ਤੁਹਾਡੇ ਵਾਸਤੇ ਗਲਤ ਦੁਆ ਮੰਗੀ, ਕਿ ਮੈਂ ਮੰਗਦੀ ਹੁੰਦੀ ਸੀ ਕਿ ਮੇਰੇ ਪਾਪਾ ਦੀ ਨੌਕਰੀ ਜਿਹੜੀ ਲੱਗ ਜੇ ਤੇ ਸਾਡੀ ਜਿਹੜੀ ਜ਼ਿੰਦਗੀ ਸੌਖੀ ਹੋ ਜੇ, ਕਿ ਮੇਰੀ ਦੁਆ ਕਰਕੇ ਹੀ ਇਹ ਨੌਕਰੀ ਲੱਗੀ ਹੈ ਤੁਹਾਡੀ, ਤੇ ਇਸ ਕਰਕੇ ਹੀ ਤੁਹਾਨੂੰ ਯੁੱਧ 'ਚ ਜਾਣਾ ਪੈ ਰਿਹਾ ਹੈ। ਤੇ ਇੱਕ ਉਹਨੇ ਚਿੱਠੀ ਲਿਖ ਕੇ ਆਪਦੇ ਪਾਪਾ ਨੂੰ ਫੜਾ ਦਿੱਤੀ। ਤੇ ਉਹ ਜਦੋਂ ਮਤਲਬ ਉਹ ਸੈਨਿਕ ਜਿਹੜਾ ਫੌਜੀ ਹੈ ਪਾਪਾ ਹੈ, ਉਹ ਜਦੋਂ ਯੁੱਧ ਤੇ ਜਾਂਦਾ ਹੈ ਤਾਂ ਉਹ ਯੁੱਧ ਤੇ ਜਾਂਦੇ ਪਹਾੜ ਤੇ ਚੜ੍ਹ ਜਾਂਦੇ, ਪਹਾੜ ਤੇ ਚੜ੍ਹਦੇ ਪਹਾੜ ਦੇ ਪਰਲੇ ਪਾਸੇ
ਉਸ ਦੇ ਦੇਸ਼ ਦਾ ਜਿਹੜਾ ਐਂਡ ਹੋਣ ਵਾਲਾ ਹੁੰਦਾ ਤੇ ਅਗਲਾ ਦੇਸ਼ ਦੀ ਜਿਹੜੀ ਸੀਮਾ ਉਹ ਸਟਾਰਟ ਹੋਣ ਵਾਲੀ ਹੁੰਦੀ ਹੈ। ਤੇ ਉਹ ਕਹਿੰਦਾ ਵੀ ਚੱਲ ਮੈਂ ਇੱਥੇ ਪੋਸਟ ਆਫਿਸ ਇੱਥੇ ਮੈਂ ਪਾ ਦਿੰਦਾ ਹੈਗਾ ਇਹ ਚਿੱਠੀ। ਤੇ ਉਹਨੇ ਇੱਕ ਚਿੱਠੀ ਲਿਖੀ, ਉਹਨੇ ਖੁਦ ਨੇ ਵੀ, ਫੌਜੀ ਨੇ ਵੀ, ਉਹ ਬੇਟੀ ਦੀ ਚਿੱਠੀ ਤਾਂ ਪਾ ਦਿੱਤੀ। ਤੇ ਉਸ ਜਿਹੜੀ ਉਹਨੇ ਇੱਕ ਹੋਰ ਚਿੱਠੀ ਲਿਖੀ, ਉਸ ਚਿੱਠੀ ਤੇ ਲਿਖਿਆ ਕਿ ਬੇਟਾ ਵੀ ਉਹਨੂੰ ਐ ਸੀਗਾ ਕਿ ਮੈਂ ਕੀ ਤਾਂ ਬਚੂੰਗਾ ਕਿ ਨਾ ਬਚੂੰਗਾ, ਫੌਜੀ ਨੂੰ ਐ ਸੀਗਾ ਕਿ ਮੈਂ ਪਤਾ ਨਹੀਂ ਬਚੂੰਗਾ ਕਿ ਨਾ ਬਚੂੰਗਾ ਹੁਣ, ਕਿਉਂਕਿ ਯੁੱਧ ਹੋਊਗਾ ਤੇ ਕੀ ਪਤਾ ਲੱਗਦਾ। ਉਹਨੇ ਆਪਦੀ ਬੇਟੀ ਦੇ ਨਾਮ ਤੇ ਚਿੱਠੀ ਲਿਖੀ ਕਿ ਬੇਟਾ ਮੈਨੂੰ ਮਾਫ ਕਰ ਦੇ, ਕਿ ਮੈਂ ਤੈਨੂੰ ਹਮੇਸ਼ਾ ਗਲਤ ਕਹਿੰਦਾ ਰਿਹਾ ਕਿ ਪ੍ਰਮਾਤਮਾ ਕੋਈ ਨਹੀਂ ਹੁੰਦਾ, ਪਹਾੜ ਦੇ ਓਲੇ ਕੋਈ ਰੱਬ ਨਹੀਂ ਸੀਗਾ, ਮੈਂ ਤਾਂ ਵੈਸੇ ਤੈਨੂੰ ਦਿਲਾਸਾ ਦੇਣ ਵਾਸਤੇ ਕਹਿੰਦਾ ਹੁੰਦਾ ਸੀਗਾ। ਤੇ ਫਿਰ ਜਿਹੜਾ ਯੁੱਧ ਹੋਇਆ ਤੇ ਉਹ ਸਾਰੇ ਫੌਜੀ ਜਿਹੜੇ ਹੌਲੀ ਹੌਲੀ ਕਰਕੇ ਮਾਰੇ ਜਾਣ ਲੱਗੇ। ਜਿਹੜੀ ਸਾਰੀ ਟੁਕੜੀ ਸੀਗੀ ਫੌਜੀਆਂ ਦੀ ਉਹ ਜਿਹੜੀ ਖਤਮ ਹੋ ਗਈ, ਸਾਰੇ ਮਤਲਬ ਉਹ ਪਿੰਡ 'ਚ ਉਹਨਾਂ ਦੇ ਖਬਰ ਪਹੁੰਚ ਗਈ ਕਿ ਉਹ ਟੁਕੜੀ ਤਾਂ ਬਈ ਖਤਮ ਹੋ ਗਈ। ਤੇ ਸਾਰੇ ਬਹੁਤ ਦੁਖੀ ਹੋਏ, ਉਹਨਾਂ ਨੇ ਆਸ ਛੱਡਤੀ ਕਿ ਉਹ ਖਤਮ ਹੋ ਗਿਆ। ਉਹਦਾ ਜਿਹੜਾ ਲੜਕੀ ਦਾ ਪਿਤਾ ਸੀ, ਉਹ ਲੜਕੀ ਵੀ ਬਹੁਤ ਰੋਂਦੀ ਸੀਗੀ। ਤੇ ਅਚਾਨਕ 3-4 ਮਹੀਨੇ ਬਾਅਦ ਉਹ ਕੁੜੀ ਨੇ ਗੇਟ ਖੋਲ੍ਹਿਆ, ਗੇਟ ਤੇ ਕੋਈ ਆਇਆ ਤਾਂ ਕੁੜੀ ਨੇ ਗੇਟ ਖੋਲ੍ਹਿਆ ਤਾਂ ਕੋਈ ਪਤਲਾ ਜਿਹਾ ਬੜਾ ਹੀ ਦੀਨਹੀਨ ਤੇ ਬੜਾ ਥੱਕਿਆ ਜਿਹਾ ਮਰੀਲ ਜਿਹਾ ਬੰਦਾ ਜਿਹੜਾ ਉਹਨਾਂ ਦੇ ਗੇਟ ਅੱਗੇ ਆਇਆ। ਤੇ ਲੜਕੀ ਨੇ ਉਹ ਜਿਹੜਾ ਉਹਨੂੰ ਪਛਾਣ ਲਿਆ, ਲੜਕੀ ਨੇ ਪਛਾਣ ਲਿਆ ਕਿਉਂਕਿ ਲੜਕੀ ਦਾ ਉਹ ਪਿਤਾ ਸੀਗਾ। ਪਰ ਉਹਦੀ ਜਿਹੜੀ ਉਹ ਬੜਾ ਜਿਹੜਾ ਸਾਰੇ ਖੁਸ਼ ਹੋਏ ਉਹਨੂੰ ਦੇਖ ਕੇ, ਉਹਦੀ ਮਾਂ ਵੀ, ਪਰਿਵਾਰ ਵਾਲੇ, ਰਿਸ਼ਤੇਦਾਰ ਸਾਰੇ ਖੁਸ਼ ਹੋਏ ਕਿ ਇਹ ਜਿਹੜਾ ਆ ਗਿਆ ਹੈਗਾ। ਤੇ ਉਹ ਜਿਹੜਾ ਉਹਨੂੰ ਯੁੱਧ 'ਚ ਬੰਦੀ ਬਣਾ ਲਿਆ ਸੀਗਾ ਦੁਸ਼ਮਣ ਨੇ, ਤੇ ਉਹ ਕਿਤੇ ਕਿਵੇਂ ਨਾ ਕਿਵੇਂ ਛੁੱਟ ਕੇ ਉੱਥੋਂ ਆ ਗਿਆ ਸੀ। ਇੰਨੇ ਨੂੰ ਡਾਕੀਆ ਆ ਜਾਂਦਾ। ਡਾਕੀਆ ਜਿਹੜਾ ਚਿੱਠੀ ਦਿੰਦਾ ਹੈਗਾ, ਉਹ ਚਿੱਠੀਆਂ 2 ਦਿੰਦਾ, ਇੱਕ ਤਾਂ ਉਹਦੇ ਕੁੜੀ ਦੀ ਚਿੱਠੀ ਹੁੰਦੀ ਹੈ, ਇੱਕ ਉਹਦੇ ਪਿਤਾ ਦੀ ਚਿੱਠੀ ਹੁੰਦੀ ਹੈ। ਉਹ ਕਹਿੰਦਾ ਵੀ ਬਹੁਤ ਜਿਹੜਾ ਉੱਥੇ ਯੁੱਧ ਲੱਗ ਗਿਆ ਸੀ, ਉਹਨੇ ਆਪਦੇ ਫੌਜੀ ਪਿਤਾ ਦੇ ਨਾਮ ਤੇ ਜਿਹੜੀ ਕੁੜੀ ਨੇ ਚਿੱਠੀ ਲਿਖੀ ਸੀ ਉਹ ਉੱਪਰ ਵਾਲੇ ਦੇ ਨਾਮ ਤੇ ਲਿਖੀ ਸੀ, ਪ੍ਰਮਾਤਮਾ ਦੇ ਨਾਮ ਤੇ। ਤੇ ਜਿਹੜੀ ਉਹਨੇ ਫੌਜੀ ਨੇ ਲਿਖੀ ਸੀ ਉਹ ਆਪਦੀ ਕੁੜੀ ਦੇ ਵਾਸਤੇ ਲਿਖੀ ਸੀਗੀ। ਤੇ ਜਿਹੜਾ ਡਾਕੀਆ ਉਹ ਦੋਨੇ ਚਿੱਠੀਆਂ ਲੈ ਕੇ ਆਇਆ, ਕਿਉਂਕਿ ਜਿਹੜਾ ਉਹ ਕੋਈ ਐਡਰੈਸ ਸੀਗਾ ਜਿਹੜਾ ਉਹ ਉਹਨਾਂ ਦੇ ਘਰ ਦਾ ਹੀ ਪਾ ਰੱਖਿਆ ਸੀ ਕੁੜੀ ਨੇ, ਕਿਉਂਕਿ ਕੁੜੀ ਹੋਰ ਕੋਈ ਐਡਰੈਸ ਜਾਣਦੀ ਨਹੀਂ ਸੀ ਇਸ ਕਰਕੇ। ਤੇ ਉਸ ਚਿੱਠੀ ਤੇ ਜਿਹੜੀ ਕੁੜੀ ਦੀ ਚਿੱਠੀ ਸੀਗੀ ਉਸ ਤੇ ਪਤਾ ਕੀ ਲਿਖਿਆ ਸੀਗਾ, ਉਸ ਤੇ ਲਿਖਿਆ ਸੀਗਾ ਕਿ ਹੇ ਪ੍ਰਮਾਤਮਾ, ਮੇਰੇ ਪਿਤਾ ਯੁੱਧ 'ਚ ਜਾ ਰਹੇ ਹੈ, ਤੂੰ ਇਹਨਾਂ ਨੂੰ ਕਿਵੇਂ ਨਾ ਕਿਵੇਂ ਜਿੰਦਾ ਵਾਪਸ ਜ਼ਰੂਰ ਲੈ ਆ। ਤੇ ਇੰਨੇ ਨੂੰ ਜਿਹੜੀ ਉਹ ਫੌਜੀ ਨੇ ਚਿੱਠੀ ਆਪਦੇ ਕੁੜੀ ਦੇ ਨਾਮ ਤੇ ਲਿਖੀ ਸੀਗੀ ਉਹ ਵੀ ਉਹਨੇ ਦਿੱਤੀ ਪੋਸਟ ਆਫਿਸ ਵਾਲੇ ਨੇ। ਕਹਿੰਦਾ ਵੀ ਮੈਂ 3-4 ਮਹੀਨੇ ਯੁੱਧ ਲੱਗਣੇ ਕਰਕੇ ਮੈਂ ਚਿੱਠੀਆਂ ਜਿਹੜੀਆਂ ਇਹ ਪਹੁੰਚਾ ਨਹੀਂ ਸਕਿਆ, ਤੇ ਅੱਜ ਹੀ ਤੁਹਾਡੀਆਂ ਦੋਵੇਂ ਚਿੱਠੀਆਂ ਇਹ ਆਈਆਂ। ਤੇ ਉਹ ਫੌਜੀ ਨੇ ਲਿਖਿਆ ਸੀ ਕਿ ਬੇਟਾ ਮੈਂ ਤੈਨੂੰ ਝੂਠ ਬੋਲਦਾ ਰਿਹਾ, ਮੇਰੀ ਗਲਤੀ ਹੈ, ਤੇ ਇਸ ਕਰਕੇ ਕਿ ਕੋਈ ਪਹਾੜ ਦੇ ਪਰਲੇ ਪਾਸੇ ਕੋਈ ਰੱਬ ਜਿਹੜਾ ਪ੍ਰਮਾਤਮਾ ਜਿਹੜਾ ਉਹ ਨਹੀਂ ਰਹਿੰਦਾ, ਮੈਂ ਤਾਂ ਤੇਰਾ ਦਿਲ ਰੱਖਣ ਵਾਸਤੇ, ਤੈਨੂੰ ਦਿਲਾਸਾ ਦੇਣ ਵਾਸਤੇ ਹੀ ਇਹ ਕਹਿੰਦਾ ਹੁੰਦਾ ਸੀਗਾ। ਤੇ ਜਦੋਂ ਉਹ ਬਹੁਤ ਰੋਇਆ, ਉਹ ਜਿਹੜਾ ਫੌਜੀ ਸੀਗਾ ਉਹ ਚਿੱਠੀ ਪੜ੍ਹ ਕੇ ਕੁੜੀ ਦੀ ਬਹੁਤ ਰੋਇਆ। ਉਹ ਕਹਿੰਦਾ ਕਿ ਵਾਸਤਵ 'ਚ ਹੀ ਪਰਮਾਤਮਾ ਹੈ, ਉਹਨੇ ਵਿਸ਼ਵਾਸ ਹੋ ਗਿਆ ਕਿ ਰੱਬ ਵਾਸਤਵ 'ਚ ਹੀ ਹੈਗਾ ਹੈ, ਇਸ ਲਈ ਉਹ ਯੁੱਧ 'ਚੋਂ ਜਿੰਦਾ ਬਚ ਕੇ ਆ ਗਿਆ ਹੈ। ਉਸ ਦਾ ਵਿਸ਼ਵਾਸ ਜਿਹੜਾ ਪੱਕਾ ਹੋ ਗਿਆ ਕਿ ਪਰਮਾਤਮਾ ਹੈਗਾ ਤੇ ਉਸ ਨੂੰ ਜਿੰਦਾ ਬਚਾ ਲਿਆ ਹੈ ਪਰਮਾਤਮਾ। ਕਿਉਂਕਿ ਕੁੜੀ ਦਾ ਵਿਸ਼ਵਾਸ ਸੀ ਜਿਹੜਾ ਉਹ ਬਹੁਤ ਪੱਕਾ ਸੀਗਾ, ਉਸਦੇ ਵਿਸ਼ਵਾਸ ਨੇ ਜਿਹੜੀ ਉਸਦੀ ਦੁਆ ਜਿਹੜੀ ਕਬੂਲ ਪਰਮਾਤਮਾ ਨੂੰ ਵੀ ਮਜਬੂਰ ਕਰਤਾ, ਕਿਉਂਕਿ ਬਾਕੀ ਸਾਰੇ ਫੌਜੀ ਮਾਰੇ ਗਏ, ਬਸ ਇੱਕ ਉਹਦਾ ਪਿਤਾ ਹੀ ਜਿੰਦਾ ਰਹਿ ਗਿਆ। ਇਸ ਕਰਕੇ ਕਹਿੰਦੇ ਆ ਕਿ ਜ਼ਿੰਦਗੀ 'ਚ ਅਗਰ ਵਿਸ਼ਵਾਸ ਹੈ ਤਾਂ ਤੁਹਾਡੀ ਦੁਆ ਜਿਹੜੀ ਜ਼ਰੂਰ ਕਬੂਲ ਹੋਵੇਗੀ। ਅਗਰ ਤੁਹਾਨੂੰ ਵਿਸ਼ਵਾਸ ਹੈ ਆਪਣੇ ਆਪ ਤੇ ਪਰਮਾਤਮਾ ਤੇ ਤਾਂ ਤੁਹਾਡੀ ਜਿਹੜੀ ਦੁਆ ਹੈ ਜ਼ਰੂਰ ਕਬੂਲ ਹੋਵੇਗੀ। ਤਾਂ ਤੁਸੀਂ ਜਿਹੜਾ ਆਪਣਾ ਹੈਗਾ ਵਿਸ਼ਵਾਸ ਰੱਖੋ ਤੇ ਪਰਮਾਤਮਾ ਤੇ ਆਪਦੀਆਂ ਜਿਹੜੀਆਂ ਛੱਡ ਦਿਓ ਸਾਰੀਆਂ ਮੁਸੀਬਤਾਂ ਹੈ, ਤੁਸੀਂ ਆਪਦਾ ਜਿਹੜਾ ਕੰਮ ਕਰਦੇ ਜਾਓ ਤੇ ਵਿਸ਼ਵਾਸ ਹੈ ਜਿਹੜਾ ਉਹ ਪਰਮਾਤਮਾ ਤੇ ਬਣਾ ਕੇ ਰੱਖੋ। ਅਗਰ ਵਿਸ਼ਵਾਸ ਹੈ ਤਾਂ ਸਭ ਕੁਝ ਹੈ। ਅਗਰ ਤੁਹਾਡਾ ਵਿਸ਼ਵਾਸ, ਅਗਰ ਕੁੜੀ ਦਾ ਵਿਸ਼ਵਾਸ ਕੱਚਾ ਹੁੰਦਾ ਤਾਂ ਉਸਨੇ ਉਸ ਪਰਮਾਤਮਾ ਨੂੰ, ਅਗਰ ਉਹਦਾ ਵਿਸ਼ਵਾਸ ਪਿਤਾ ਵਾਂਗੂ ਹੁੰਦਾ, ਡੋਲ ਜਾਂਦਾ ਕਿ ਕਹਿੰਦੀ ਕਿ ਪਹਾੜ ਦੇ ਦੁਆਲੇ ਕੋਈ ਪਰਮਾਤਮਾ ਨਹੀਂ ਰਹਿੰਦਾ, ਰੱਬ ਨਹੀਂ ਰਹਿੰਦਾ, ਤਾਂ ਉਹ ਹੈ ਜਿਹੜੀ ਉਹਨੇ ਉਹ ਚਿੱਠੀ ਨਹੀਂ ਲਿਖਣੀ ਸੀ। ਤੇ ਕੀ ਪਤਾ ਹੋ ਸਕਦਾ ਸੀ ਉਸਦੇ ਪਿਤਾ ਦੀ ਜਿਹੜੀ ਜਾਨ ਚਲੀ ਜਾਂਦੀ। ਤੇ ਉਸ ਨੂੰ ਕੁੜੀ ਨੂੰ ਵਿਸ਼ਵਾਸ ਸੀ, ਇਸ ਕਰਕੇ ਉਹਦੇ ਜਿਹੜੇ ਪਿਤਾ ਜਿਹੜੇ ਵਾਪਿਸ ਆ ਗਏ, ਉਹਨੂੰ ਜ਼ਰੂਰ ਇਹ ਵਿਸ਼ਵਾਸ ਸੀ ਕਿ ਪਰਮਾਤਮਾ ਜਿਹੜੇ ਮੇਰੇ ਪਿਤਾ ਦੀ ਰੱਖਿਆ ਕਰਨਗੇ, ਇਸ ਕਰਕੇ ਉਸਨੇ ਚਿੱਠੀ ਲਿਖੀ ਸੀਗੀ। ਇਸ ਲਈ ਤੁਸੀਂ ਵੀ ਹਮੇਸ਼ਾ ਜਦੋਂ ਕਦੇ ਆਪਾਂ ਉਦਾਸ ਹੋ ਜਾਂਦੇ ਹਾਂ ਜ਼ਿੰਦਗੀ 'ਚ, ਬਹੁਤ ਜ਼ਿਆਦਾ ਆਪਾਂ ਨੂੰ ਐਂ ਲੱਗਦਾ ਹੈ ਕਿ ਆਪਣਾ ਹੀ ਸਾਰੇ ਜਿਹੜੇ ਦੁੱਖ ਹੈਗੇ ਆ, ਇਸ ਕਰਕੇ ਇਹ ਜਿਹੜਾ ਆਪਣਾ ਮਨ 'ਚ ਜਿਹੜਾ ਵਹਿਮ ਆਪਾਂ ਨੂੰ ਕੱਢ ਦੇਣਾ ਚਾਹੀਦਾ ਤੇ ਉਸ ਪਰਮਾਤਮਾ ਤੇ ਆਪਾਂ ਨੂੰ ਭਰੋਸਾ ਰੱਖਣਾ ਚਾਹੀਦਾ, ਉਸ ਤੇ ਹਮੇਸ਼ਾ ਆਪਦਾ ਵਿਸ਼ਵਾਸ ਬਣਾ ਕੇ ਰੱਖੋ। ਜੇ ਅਗਰ ਤੁਸੀਂ ਚੰਗਾ ਕੰਮ ਕਰ ਰਹੇ ਹੋ ਤਾਂ ਪਰਮਾਤਮਾ ਤੁਹਾਡਾ ਸਾਥ
ਜ਼ਰੂਰ ਦੇਵੇਗਾ। ਅਗਰ ਜੇ ਤੁਹਾਡਾ ਰਸਤਾ ਹੀ ਗਲਤ ਹੈ, ਲੈਣ ਗਲਤ ਹੈ, ਤਾਂ ਫਿਰ ਕੁਝ ਕਹਿ ਨਹੀਂ ਸਕਦੇਗੇ। ਇਸ ਲਈ ਵਿਸ਼ਵਾਸ ਨੂੰ ਬਣਾ ਕੇ ਰੱਖੋ, ਵਿਸ਼ਵਾਸ ਦੇ ਨਾਲ ਹੀ ਸਭ ਕੁਝ ਹੈ। ਤੇ ਜਿਹੜੇ ਆਪਣੇ ਰਿਸ਼ਤੇ ਹੈ, ਉਹਨਾਂ ਨੂੰ ਵੀ ਬਣਾ ਕੇ ਰੱਖੋ। ਕਦੇ ਵੀ ਯਾਦ ਰੱਖੋ, ਇੱਕ ਗਲਤੀ ਦੇ ਚੱਕਰ 'ਚ ਆਪਣੇ ਜਿਹੜੇ ਰਿਸ਼ਤੇ ਹੈ, ਜਿਹੜੇ ਆਪਣੇ ਹੈ, ਜਿਹੜੇ ਖੂਨ ਦੇ ਰਿਸ਼ਤੇ ਹੈ ਜਾਂ ਆਪਣੇ ਪਿਆਰ ਮੁਹੱਬਤ ਦੇ ਰਿਸ਼ਤੇ ਹੈ, ਉਹਨਾਂ ਨੂੰ ਕਦੇ ਵੀ ਤੋੜਨਾ ਨਹੀਂ ਚਾਹੀਦਾ, ਉਹਨਾਂ ਨੂੰ ਦੂਰ ਨਹੀਂ ਕਰਨਾ ਚਾਹੀਦਾ। ਐ ਨਹੀਂ ਹੋਣਾ ਚਾਹੀਦਾ ਕਿ ਗਲਤੀ ਹੋਈ ਤੇ ਤੁਸੀਂ ਆਪਦੀ ਰਿਸ਼ਤੇਦਾਰੀਆਂ, ਜਿਹੜੀਆਂ ਰਿਸ਼ਤੇ ਨਾਤੇ, ਉਹ ਤੋੜ ਕੇ ਰੱਖ ਦਿਓ ਤੇ ਕਹੋ ਕਿ ਫਲਾਣੇ ਨੇ ਗਲਤੀ ਕਰੀ ਤੇ ਇਸ ਲਈ ਆਪਾਂ ਰਿਸ਼ਤਾ ਇਹ ਤੋੜ ਦਿੰਨੇ ਆ। ਇਹ ਜੀ ਗਲਤੀ ਕਦੇ ਵੀ ਨਾ ਕਰੋ, ਕਿਉਂਕਿ ਇੱਕ ਪੰਨੇ ਦੇ ਚੱਕਰ 'ਚ ਅਗਰ ਆਪਾਂ ਕੋਈ ਵੀ ਕੰਮ ਕਰਦੇ ਹਾਂ, ਆਪਣੇ ਤੋਂ ਲਿਖਦੇ ਹਾਂ, ਆਪਾਂ ਕਿਸੇ ਕਿਤਾਬ 'ਚ ਪੜ੍ਹ ਰਹੇ ਹੁੰਦੇ ਹਾਂ, ਤਾਂ ਆਪਣੇ ਤੋਂ ਬਾਈ ਚਾਂਸ ਕੋਈ ਸ਼ਾਇ ਡੁੱਲ ਜਾਂਦੀ ਹੈ ਜਾਂ ਇੱਕ ਪੇਜ ਆਪਣਾ ਖਰਾਬ ਹੋ ਜਾਂਦਾ, ਤਾਂ ਉਸ ਇੱਕ ਪੇਜ ਦੇ ਚੱਕਰ 'ਚ ਆਪਾਂ ਪੂਰੀ ਕਿਤਾਬ ਨਹੀਂ ਸਿੱਟ ਦਿੰਦੇ, ਆਪਾਂ ਉਸ ਪੇਜ ਨੂੰ ਫਾੜ ਕੇ ਸਿੱਟ ਦਿੰਦੇ ਆ ਵੀ ਇਹ ਵੇਸਟ ਹੋ ਗਿਆ। ਜਿਹੜੀ ਪੂਰੀ ਉਹ ਨੋਟਬੁੱਕ ਹੈ ਜਾਂ ਪੂਰੀ ਬੁੱਕ ਹੈ, ਉਸ ਨੂੰ ਆਪਾਂ ਨਹੀਂ ਸਿੱਟ ਦੇਗੇ। ਇਸ ਲਈ ਇੱਕ ਗਲਤੀ ਦੇ ਚੱਕਰ 'ਚ ਤੁਸੀਂ ਆਪਣੇ ਰਿਸ਼ਤੇ ਨਾ ਤੋੜੋ ਤੇ ਇਹਨਾਂ ਰਿਸ਼ਤਿਆਂ ਨਾਤਿਆਂ 'ਚ ਪਿਆਰ ਬਣਾ ਕੇ ਰੱਖੋ। ਹਮੇਸ਼ਾ ਪਿਆਰ ਬਣਾ ਕੇ ਰੱਖੋ ਰਿਸ਼ਤਿਆਂ 'ਚ, ਤੇ ਪਿਆਰ ਨਾਲ ਰਹੋ, ਸਭ ਨਾਲ ਪਿਆਰ ਵੰਡੋ ਤਾਂ ਪਿਆਰ ਹੀ ਤੁਹਾਨੂੰ ਮਿਲੂਗਾ। ਤੇ ਆਪਦੇ ਜਿਹੜੇ ਆਪਣੇ ਹੈ ਉਹਨਾਂ ਦੀ ਕਦਰ ਕਰੋ ਹਮੇਸ਼ਾ। ਤੇ ਇਹ ਮੈਂ ਇਹਨਾਂ ਹੀ ਕਹਿੰਦੇ ਹੋਏ ਤੁਹਾਨੂੰ ਕਿ ਹੱਸਦੇ ਰਹੋ, ਵਸਦੇ ਰਹੋ। ਤੇ ਹੈਪੀ ਕਿਰਨ ਵਲੌਗਸ ਨੂੰ ਤੁਸੀਂ ਅਗਰ ਮੇਰੀ ਇਹ ਵੀਡੀਓ ਪਸੰਦ ਆਈ ਤਾਂ ਸਬਸਕ੍ਰਾਈਬ ਕਰਿਓ ਜੇ, ਤੇ ਲਾਈਕ ਕਰਿਓ ਜੇ, ਕਮੈਂਟ ਕਰਿਓ ਜੇ। ਥੈਂਕ ਯੂ ਜੀ। ਹੋ ਸਕਦਾ ਹੈਗਾ ਮੇਰੀ ਇਸ ਕਹਾਣੀ ਨਾਲ ਤੁਹਾਡੀ ਲਾਈਫ 'ਚ ਥੋੜ੍ਹਾ ਬਹੁਤ ਵਿਸ਼ਵਾਸ ਜਾਗੇ ਪਰਮਾਤਮਾ ਤੇ। ਤੁਸੀਂ ਨਿਰਾਸ਼ ਹੋ ਰਹੇ ਹੋਵੋਗੇ ਬਹੁਤ ਜ਼ਿਆਦਾ, ਥੋੜ੍ਹਾ ਬਹੁਤ ਤੁਹਾਨੂੰ ਵੀ ਆਸ ਹੋ ਜੂਗੀ ਕਿ ਸਾਡੀ ਵੀ ਕਦੇ ਨਾ ਕਦੇ ਸੁਣੀ ਜਾਊਗੀ। ਇਸ ਕਰਕੇ ਤੁਸੀਂ ਨਿਰਾਸ਼ਾਵਾਦੀ ਜਿਹੜੀ ਗੱਲ ਹਮੇਸ਼ਾ ਛੱਡੋ। ਮੈਂ ਕਹਿੰਦੀ ਬੀ ਪੋਜ਼ਿਟਿਵ, ਬੀ ਪੋਜ਼ਿਟਿਵ, ਬੀ ਪੋਜ਼ਿਟਿਵ। ਗੁੱਡ ਬਾਏ ਜੀ। ਥੈਂਕ ਯੂ ਫॉर ਵਾਚਿੰਗ।